ਦੇਸ਼ਦਰੋਹ ਕਾਨੂੰਨ ਜਾਂ ਇਸ ਨੂੰ ਜੇ ਰਾਜਦਰੋਹ ਕਾਨੂੰਨ ਕਿਹਾ ਜਾਏ ਤੇ ਉਹ ਜ਼ਿਆਦਾ ਸਟੀਕ ਹੋਵੇਗਾ। ਇਹ ਬ੍ਰਿਟਿਸ਼ ਹਕੂਮਤ ਦੀ ਦੇਣ ਹੈ। ਸਾਲ 1890 ਵਿੱਚ ਇਸ ਕਾਨੂੰਨ ਨੂੰ ਤਾਜਰਾਤੇ ਹਿੰਦ ਦਾ ਹਿੱਸਾ ਬਣਾਇਆ ਗਿਆ ਸੀ। ਮਕਸਦ ਸਾਫ਼ ਸੀ ਕਿ ਕੋਈ ਵੀ ਵਿਅਕਤੀ ਬ੍ਰਿਟਿਸ਼ ਹਕੂਮਤ ਖਿਲਾਫ ਆਵਾਜ਼ ਨਾ ਉਠਾ ਸਕੇ। 11 ਮਈ ਨੂੰ ਸੁਪਰੀਮ ਕੋਰਟ ਨੇ ਇਸ ਕਾਨੂੰਨ ਬਾਰੇ ਇੱਕ ਅਹਿਮ ਫੈਸਲਾ ਲਿਆ। ਚੀਫ ਜਸਟਿਸ ਐਨ.ਵੀ. ਰਮਨਾ ਦੀ ਅਗਵਾਈ ਵਾਲੀ 3 ਜੱਜਿਸ ਦੀ ਬੈਂਚ ਨੇ ਹੁਕਮ ਦਿੱਤਾ ਕਿ ਰਾਜਦਰੋਹ ਕਾਨੂੰਨ ਯਾਨੀ ਧਾਰਾ 124A ਤਹਿਤ ਦਰਜ ਸਾਰੇ ਮੁਕੱਦਮਿਆਂ ਤੇ ਤਾਂ ਤੱਕ ਰੋਕ ਲਗਾ ਦਿੱਤੀ ਜਾਵੇ ਜਦੋਂ ਤੱਕ ਕੇਂਦਰ ਸਰਕਾਰ ਆਪਣੇ ਕਹੇ ਮੁਤਾਬਿਕ ਇਸ ਕਾਨੂੰਨ ਨੂੰ ਰੀ-ਐਗਜ਼ਾਮਿਨ ਨਹੀਂ ਕਰ ਲੈਂਦੀ। ਕੇਂਦਰ ਸਰਕਾਰ ਨੇ ਪਹਿਲਾਂ ਕੋਰਟ ਵਿੱਚ ਇਸ ਕਾਨੂੰਨ ਦੇ ਹੱਕ ਵਿੱਚ ਪੈਰਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਬਾਅਦ ਵਿੱਚ ਕਿਹਾ ਸੀ ਕਿ ਉਹ ਇਸ ਕਾਨੂੰਨ ਬਾਰੇ ਨਜ਼ਰਸਾਨੀ ਕਰੇਗੀ। ਸਭ ਤੋਂ ਪਹਿਲਾਂ ਤੇ ਇਹ ਦੱਸ ਦਈਏ ਕਿ ਰਾਜਦਰੋਹ ਕਾਨੂੰਨ ਜਾਂ ਸੈਡੀਸ਼ਨ ਲਾ ਦਰਅਸਲ ਹੈ ਕੀ ਤੇ ਕਿਉਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਵੇਂ ਕਿ ਦੱਸ ਚੁੱਕੇ ਹਾਂ ਕਿ ਇਸ ਕਾਨੂੰਨ ਨੂੰ ਬ੍ਰਿਟਿਸ਼ ਸਰਕਾਰ ਨੇ 124 ਸਾਲ ਪਹਿਲਾਂ ਪਾਸ ਕੀਤਾ ਸੀ। ਮਕਸਦ ਸੀ ਹਰ ਮੁਖਾਲਿਫ ਆਵਾਜ਼ ਨੂੰ ਦਬਾਉਣਾ। ਇਸ ਕਾਨੂੰਨ ਮੁਤਾਬਿਕ ਕੋਈ ਵੀ ਵਿਅਕਤੀ ਜੇ ਆਪਣੇ ਬੋਲੇ ਜਾਂ ਲਿਖੇ ਸ਼ਬਦਾਂ ਨਾਲ ਸਰਕਾਰ ਦੀ ਨਿੰਦਾ ਕਰਦਾ ਹੈ ਤੇ ਉਸ ਦੇ ਨਾਲ ਨਫ਼ਰਤ ਫੈਲਦੀ ਹੈ ਤੇ ਉਸ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਇਹ ਸਜ਼ਾ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੋ ਸਕਦੀ ਹੈ। ਹਾਲਾਂਕਿ ਥਾਮਸ ਮੈਕਾਲੇ ਜਿਸ ਨੇ ਕਿ ਇੰਡੀਅਨ ਪੈਨਲ ਕੋਡ ਦਾ ਮਸੌਦਾ ਤਿਆਰ ਕੀਤਾ ਸੀ, ਇਸ ਕਾਨੂੰਨ ਨੂੰ 1860 ਦੇ ਮੂਲ ਇੰਡੀਅਨ ਪੈਨਲ ਕੋਡ ਦਾ ਹਿੱਸਾ ਨਹੀਂ ਬਣਾ ਸਕਿਆ ਸੀ। ਕਾਨੂੰਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਇਦ ਉਹ ਅਜਿਹਾ ਕਰਨਾ ਭੁੱਲ ਗਿਆ ਸੀ, ਪਰ 1890 ਵਿੱਚ ਇਸ ਨੂੰ ਸੈਕਸ਼ਨ 124A ਰਾਹੀਂ IPC ਵਿੱਚ ਸ਼ਾਮਿਲ ਕਰ ਲਿੱਤਾ ਗਿਆ। ਉਸ ਵਕਤ ਇਸ ਤਹਿਤ ਰਹਿੰਦੀ ਉਮਰ ਲਈ ਸਮੁੰਦਰੋਂ ਪਾਰ ਭੇਜਣ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਸੀ। 1955 ਵਿੱਚ ਹੋਈ ਇੱਕ ਤਰਮੀਮ ਤੋਂ ਬਾਅਦ ਇਸ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ। ਬ੍ਰਿਟਿਸ਼ ਹਕੂਮਤ ਨੇ ਆਜ਼ਾਦੀ ਦੀ ਮੁਹਿੰਮ ਨੂੰ ਦਬਾਉਣ ਵਿੱਚ ਇਸ ਕਾਨੂੰਨ ਦਾ ਜੰਮ ਕੇ ਇਸਤੇਮਾਲ ਕੀਤਾ। ਬਾਲ ਗੰਗਾਧਰ ਤਿਲਕ, ਮੌਲਾਨਾ ਆਜ਼ਾਦ, ਐਨੀ ਬੇਸੈਂਟ ਅਤੇ ਮਹਾਤਮਾ ਗਾਂਧੀ ਤੱਕ ਦੇ ਖਿਲਾਫ ਸੈਕਸ਼ਨ 124A ਤਹਿਤ ਮੁਕੱਦਮੇ ਦਰਜ ਕੀਤੇ ਗਏ। ਪਰ ਵਿਡੰਬਨਾ ਇਹ ਹੈ ਕਿ 1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਵੀ ਰਾਜਦਰੋਹ ਕਾਨੂੰਨ IPC ਦਾ ਹਿੱਸਾ ਬਣਿਆ ਰਿਹਾ। ਕੌਂਸਟੀਚਿਊਐਂਟ ਅਸੈਂਬਲੀ ਵਿੱਚ ਇਸ ਬਾਰੇ ਬਹਿਸ ਜ਼ਰੂਰ ਹੋਈ, ਪਰ ਕੁਝ ਕਾਰਨਾਂ ਦੇ ਚਲਦਿਆਂ ਇਹ ਕਾਨੂੰਨ ਕਾਇਮ ਰਿਹਾ। ਹਾਲਾਂਕਿ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦਾ ਸਿਲਸਿਲਾ 1950 ਵਿੱਚ ਹੀ ਸ਼ੁਰੂ ਹੋ ਗਿਆ ਸੀ। 1962 ਵਿੱਚ ਇਹ ਮਾਮਲਾ ਇੱਕ ਵਾਰ ਫਿਰ ਕੇਦਾਰਨਾਥ ਬਨਾਮ ਬਿਹਾਰ ਸਟੇਟ ਦੇ ਰੂਪ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਆਇਆ, ਪਰ ਸੁਪਰੀਮ ਕੋਰਟ ਨੇ ਉਸ ਵਕਤ ਇਸ ਕਾਨੂੰਨ ਦੀ ਸੰਵਿਧਾਨਿਕ ਵੈਧਤਾ ਦੇ ਹੱਕ ਵਿੱਚ ਫੈਸਲਾ ਦਿੱਤਾ। ਹਾਲਾਂਕਿ ਇਸ ਦੀ ਦੁਰਵਰਤੋਂ ਨਾ ਹੋ ਸਕੇ ਇਸ ਬਾਰੇ ਕੁਝ ਸ਼ਰਤਾਂ ਵੀ ਲਗਾਈਆਂ, ਪਰ ਇਹਨਾਂ ਹਦਾਇਤਾਂ ਦੇ ਬਾਵਜੂਦ ਇਸ ਕਾਨੂੰਨ ਦਾ ਇਸਤੇਮਾਲ ਮੁੱਖ ਤੌਰ ਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਕੀਤਾ ਗਿਆ। ਮਿਸਾਲ ਦੇ ਤੌਰ ਤੇ ਸੁਪਰੀਮ ਕੋਰਟ ਦੀ ਹਦਾਇਤ ਸੀ ਕਿ ਸਿਰਫ ਭੜਕਾਊ ਨਾਅਰੇਬਾਜ਼ੀ ਨੂੰ ਹੀ ਸੈਡੀਸ਼ੀਅਸ ਨਾ ਮੰਨਿਆ ਜਾਏ, ਪਰ ਇਸ ਦੇ ਬਾਵਜੂਦ ਕਈ ਮਾਮਲੇ ਐਸੇ ਨੇ ਜਿੱਥੇ ਸਿਰਫ ਨਾਅਰੇਬਾਜ਼ੀ ਦੇ ਆਧਾਰ ਤੇ ਹੀ ਰਾਜਦਰੋਹ ਜਾਂ ਦੇਸ਼ਦਰੋਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਪਿਛਲੇ 60 ਸਾਲਾਂ ਦੌਰਾਨ ਸੁਪਰੀਮ ਕੋਰਟ ਅਤੇ ਨੈਸ਼ਨਲ ਲਾ ਕਮਿਸ਼ਨ ਆਪਣੀਆਂ ਕਈ ਰਿਪੋਰਟਸ ਰਾਹੀਂ ਇਸ ਕਾਨੂੰਨ ਦੀ ਦੁਰਵਰਤੋਂ ਦਾ ਖੁਲਾਸਾ ਕਰ ਚੁੱਕੇ ਨੇ। ਸੁਪਰੀਮ ਕੋਰਟ ਦਾ ਮੌਜੂਦਾ ਫੈਸਲਾ ਪੱਤਰਕਾਰ ਕਿਸ਼ੋਰ ਚੰਦਰ ਵਾਂਗਖੇਮਚਾ ਅਤੇ ਕਨਹਈਆ ਲਾਲ ਸ਼ੁਕਲਾ, ਤ੍ਰਿਣਮੂਲ ਕਾਂਗਰਸ ਦੀ MP ਮਹੁਆ ਮੋਇਤਰਾ ਤੇ ਹੋਰਨਾਂ ਦੀ ਪੈਟੀਸ਼ਨ ਉੱਤੇ ਸੁਣਾਇਆ ਗਿਆ ਹੈ। ਪਰ ਕਿ ਸਿਰਫ ਦੇਸ਼ਦਰੋਹ ਜਾਂ ਰਾਜਦਰੋਹ ਕਾਨੂੰਨ ਦੇ ਰੱਦ ਹੋ ਜਾਣ ਨਾਲ ਹੀ ਮੁਲਕ ਵਿੱਚ ਸਿਵਲ ਲਿਬਰਟੀਜ਼ ਨੂੰ ਮਹਿਫੂਜ਼ ਕੀਤਾ ਜਾ ਸਕੇਗਾ। ਆਪਣੇ ਵਿਰੋਧੀਆਂ ਦੀ ਜ਼ਬਾਨ ਬੰਦ ਕਰਨ ਲਈ ਤੇ ਉਹਨਾਂ ਨੂੰ ਅਣਮਿੱਥੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਰੱਖਣ ਲਈ ਸਰਕਾਰ ਕੋਲ ਅਜੇ ਵੀ UAPA ਅਤੇ ਨੈਸ਼ਨਲ ਸਿਕਿਉਰਿਟੀ ਐਕਟ ਵਰਗੇ ਕਾਨੂੰਨ ਮੌਜੂਦ ਨੇ। UAPA ਵਰਗੇ ਕਾਨੂੰਨ ਵਿੱਚ ਤਾਂ ਜ਼ਮਾਨਤ ਹਾਸਲ ਕਰਨਾ ਕਰੀਬ ਨਾਮੁਮਕਿਨ ਹੈ। ਇਸ ਦੇ ਨਾਲ ਇਸ ਫੈਸਲੇ ਨੇ ਨਿਆਂਪਾਲਿਕਾ ਤੇ ਵਿਧਾਨਪਾਲਿਕਾ ਦੀ ਹੱਦਾਂ ਨੂੰ ਲੈ ਕੇ ਵੀ ਇੱਕ ਵਾਰ ਫਿਰ ਤੋਂ ਬਹਿਸ ਖੜੀ ਕਰ ਦਿੱਤੀ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਦਾ ਇਸ ਫੈਸਲੇ ਤੋਂ ਬਾਅਦ ਦਿੱਤਾ ਗਿਆ ਬਿਆਨ ਜਮਹੂਰੀਅਤ ਦੇ ਉਹਨਾਂ 2 ਥੰਬਾਂ ਦੇ ਵਿੱਚ ਵੱਧ ਰਹੇ ਟਕਰਾਅ ਵੱਲ ਇਸ਼ਾਰਾ ਕਰਦਾ ਹੈ। ਕਿਰਨ ਰਿਜਿਜੂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਨਿਆਂਪਾਲਿਕਾ ਦੀ ਭੂਮਿਕਾ ਦੀ ਕਦਰ ਕਰਦੀ ਹੈ ਤੇ ਨਾਲ ਹੀ ਉਮੀਦ ਕਰਦੀ ਹੈ ਕਿ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਹੱਕਾਂ ਦੀ ਲਕਸ਼ਮਣ ਰੇਖਾ ਨਿਆਂਪਾਲਿਕਾ ਵੱਲੋਂ ਵੀ ਪਾਰ ਨਹੀਂ ਕੀਤੀ ਜਾਣੀ ਚਾਹੀਦੀ। ਪਿਛਲੇ 8 ਸਾਲਾਂ ਦੌਰਾਨ 400 ਤੋਂ ਵੀ ਵੱਧ ਸੈਡੀਸ਼ਨ ਦੇ ਮਾਮਲੇ ਵੱਖ-ਵੱਖ ਸੂਬਿਆਂ ਵਿੱਚ ਦਰਜ ਕੀਤੇ ਗਏ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਸੋਸ਼ਲ ਐਕਟਿਵਿਸਟਸ, ਪੱਤਰਕਾਰ, ਸਿਆਸਤਦਾਨ ਅਤੇ ਐਜੂਕੇਸ਼ਨਿਸਟ ਦੇ ਖਿਲਾਫ ਦਰਜ ਹੋਏ ਨੇ। ਇਹਨਾਂ ਦਾ ਕਸੂਰ ਇੰਨਾ ਸੀ ਕਿ ਇਹਨਾਂ ਨੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਰਕਾਰਾਂ ਦੀ ਆਲੋਚਨਾ ਕੀਤੀ ਸੀ। ਪਿਛਲੇ ਸਾਲ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਸਿਰਫ ਮੁਜ਼ਾਹਰੇ ਕਰਨ ਦੇ ਲਈ ਕਿਸਾਨਾਂ ਖਿਲਾਫ ਰਾਜਦਰੋਹ ਦੇ ਮਾਮਲੇ ਬਣਾਏ ਗਏ।
ਉਮੀਦ ਕੀਤੀ ਜਾ ਸਕਦੀ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਅਜਿਹੇ ਮਾਮਲੇ ਦਰਜ ਨਹੀਂ ਹੋਣਗੇ। ਹਾਲਾਂਕਿ ਜ਼ਮੀਨ ਤੇ ਇਹ ਫੈਸਲਾ ਕਿੰਨੇ ਅਸਰਕਾਰੀ ਢੰਗ ਨਾਲ ਲਾਗੂ ਹੋਵੇਗਾ, ਇਹ ਵੀ ਇੱਕ ਵੱਡਾ ਸਵਾਲ ਹੈ।